हाँ जी स्टूडेंट्स, ਆਪਾਂ ਲਾਈਨ ਆਰਗੇਨਾਈਜੇਸ਼ਨ ਬਾਰੇ ਡਿਸਕਸ ਕਰ ਚੁੱਕੇ ਹਾਂ ਬੇਟਾ। ਹੁਣ ਉਹਦੀਆਂ ਆਪਾਂ ਐਡਵਾਂਟੇजेस ਐਂਡ ਡਿਸਐਡਵਾਂਟੇजेस ਅੱਜ ਡਿਸਕਸ ਕਰਾਂਗੇ। ਫਸਟ ਦੇਖੋ ਸਿੰਪਲਿਸਿਟੀ। ਪਹਿਲੀ ਐਡਵਾਂਟੇਜ ਕੀ ਹੈ ਇਹਦੀ ਕਿ ਸਿੰਪਲ ਹੁੰਦੀ ਹੈ ਲਾਈਨ ਆਰਗੇਨਾਈਜੇਸ਼ਨ। ਇਟ ਇਜ਼ ਵੈਰੀ ਸਿੰਪਲ ਟੂ ਇਸਟੈਬਲਿਸ਼ ਐਂਡ ਈਜ਼ੀ ਟੂ ਆਪਰੇਟ। ਲਾਈਨ ਆਰਗੇਨਾਈਜੇਸ਼ਨ ਨੂੰ ਸਟੈਬਲਿਸ਼ ਕਰਨਾ, ਸਥਾਪਿਤ ਕਰਨਾ ਬਹੁਤ ਈਜ਼ੀ ਹੁੰਦਾ ਵਾ, ਠੀਕ ਆ, ਅਤੇ ਬਹੁਤ ਆਸਾਨੀ ਨਾਲ ਅਸੀਂ ਇਹਨੂੰ ਚਲਾ ਸਕਦੇ ਹਾਂ। As every subordinate is accountable to one boss, there is no complexity involved। ਇੱਥੇ ਹਰ ਇੱਕ ਪਰਸਨ ਸਿਰਫ ਇੱਕ ਬੌਸ ਨੂੰ ਹੀ ਜਵਾਬਦੇਹ ਹੁੰਦਾ ਵਾ, ਠੀਕ ਆ, ਤਾਂ ਕਰਕੇ ਇਸ ਕੰਮ ਦੇ ਵਿੱਚ ਕੋਈ ਵੀ ਕੰਪਲੈਕਸਿਟੀ, ਕੋਈ ਵੀ ਆਪਾਂ ਕਹਿ ਦਈਏ ਮੁਸ਼ਕਲ ਨਹੀਂ ਹੁੰਦੀ। ਨੈਕਸਟ ਪੁਆਇੰਟ ਹੈ ਡਿਸਿਪਲਿਨ। As a top executive has direct control over its subordinates, it ensures better discipline in the organization। ਜਿਹੜੇ ਟੌਪ ਐਗਜ਼ੈਕਟਿਵ ਹੁੰਦੇ ਆ ਉਹਨਾਂ ਦਾ ਸਿੱਧਾ ਕੰਟਰੋਲ ਹੁੰਦਾ ਆਪਦੇ ਸਬੋਰਡੀਨੇਟਸ ਦੇ ਉੱਪਰ, ਜਿਸ ਕਰਕੇ ਬਹੁਤ ਵਧੀਆ ਅਸੀਂ ਡਿਸਿਪਲਿਨ ਜਿਹੜਾ ਉਹ ਬਣਾ ਕੇ ਰੱਖ ਸਕਦੇ ਹਾਂ ਆਰਗੇਨਾਈਜੇਸ਼ਨ ਦੇ ਵਿੱਚ। ਦੇਅਰ ਇਜ਼ ਅ ਯੂਨਿਟੀ ਆਫ ਕਮਾਂਡ ਐਂਡ ਸਿੰਗਲਨੈਸ ਆਫ ਰਿਸਪੋਂਸਿਬਿਲਿਟੀ ਮੇਕਸ ਦ ਵਰਕਰਸ ਮੋਰ ਲੋਇਲ ਐਂਡ ਰਿਸਪੋਂਸੀਬਲ, ਫੈਸਿਲੀਟੇਟਿੰਗ ਡਿਸਿਪਲਿਨ। ਇੱਥੇ ਜਿਹੜੇ ਵਰਕਰ ਆ ਉਹਨਾਂ ਦੀ ਯੂਨਿਟੀ ਆਫ ਕਮਾਂਡ ਮਤਲਬ ਉਹਨਾਂ ਨੂੰ ਕਮਾਂਡ ਕਰਨ ਵਾਲਾ ਇੱਕ ਪਰਸਨ ਹੁੰਦਾ, ਠੀਕ ਆ। ਉਸ ਤੋਂ ਬਾਅਦ ਇਹ ਕਿਹਾ ਕਿ ਰਿਸਪੋਂਸੀਬਿਲਿਟੀ ਮਤਲਬ ਜਿਹੜੀ ਜ਼ਿੰਮੇਵਾਰੀ ਆ ਉਹ ਵੀ ਸਿੰਗਲ ਪਰਸਨ ਨੂੰ ਵੰਡ ਕੇ ਦਿੱਤੀ ਜਾਂਦੀ ਆ, ਤਾਂ ਕਰਕੇ ਵਰਕਰ ਕੀ ਹੁੰਦੇ ਆ, ਬਹੁਤ ਜ਼ਿਆਦਾ ਲੋਇਲ ਹੁੰਦੇ ਆ ਐਂਡ ਡਿਸਿਪਲਿਨ ਦੇ ਵਿੱਚ ਹੁੰਦੇ ਆ, ਠੀਕ ਆ। ਕਿਹਦੇ ਪ੍ਰਤੀ ਲੋਇਲਟੀ ਹੁੰਦੀ ਉਹਨਾਂ ਦੀ? ਆਰਗੇਨਾਈਜੇਸ਼ਨ ਦੇ ਪ੍ਰਤੀ। ਥਰਡ ਪੁਆਇੰਟ ਦੇਖੋ, ਫਿਕਸਡ ਰਿਸਪੋਂਸੀਬਿਲਿਟੀ ਮਤਲਬ ਜਿਹੜੀ ਜ਼ਿੰਮੇਵਾਰੀ ਉਹ ਫਿਕਸ ਕੀਤੀ ਹੁੰਦੀ ਆ। There is clearly defined duties and responsibilities for each individual resulting into fixed responsibility। ਹਰ ਇੱਕ ਪਰਸਨ ਦੀ ਡਿਊਟੀ ਅਤੇ ਜਿਹੜੀ ਜ਼ਿੰਮੇਵਾਰੀ ਆ ਉਹ ਕਲੀਅਰਲੀ ਡਿਫਾਈਨਡ ਕੀਤੀ ਗਈ ਹੁੰਦੀ ਆ, ਕਿਹਦੇ ਵਿੱਚ? ਲਾਈਨ ਆਰਗੇਨਾਈਜੇਸ਼ਨ ਦੇ ਵਿੱਚ। ਜਿਸ ਕਰਕੇ ਅਸੀਂ ਜਿਹੜੀ ਇੱਕ ਪਰਸਨ ਦੀ ਰਿਸਪੋਂਸੀਬਿਲਿਟੀ ਉਹਨੂੰ ਫਿਕਸ ਕਰ ਸਕਦੇ ਹਾਂ, ਠੀਕ ਆ। with regard to which everybody knows to whom he is answerable and hence nobody can avoid responsibility। ਹਰ ਇੱਕ ਪਰਸਨ ਨੂੰ ਇਹ ਫਿਕਸ ਕੀਤਾ ਗਿਆ ਹੁੰਦਾ ਵੀ ਤੂੰ ਕਿਸ ਨੂੰ ਜਵਾਬਦੇਹ ਹੈ, ਮਤਲਬ ਉਹਨੇ ਆਪਦੇ ਕੰਮ ਕਰਨ ਤੋਂ ਬਾਅਦ ਕਿਹਨੂੰ ਦੱਸਣਾ ਵਾ ਜਾਂ ਕਿਹਨੂੰ ਆਨਸਰੇਬਲ ਆ। ਕੋਈ ਵੀ ਪਰਸਨ ਫਿਰ ਆਪਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ ਕਿਉਂਕਿ ਉਹਦੀ ਰਿਸਪੋਂਸੀਬਿਲਿਟੀ ਫਿਕਸਡ ਆ। फोर्थ पॉइंट देखो, यूनिटी ऑफ कमांड। एवरी सबॉर्डिनेट इज रिस्पॉन्सिबल एंड अकाउंटेबल टू वन बॉस, रिजल्टिंग इज फुलर अडॉप्शन ऑफ प्रिंसिपल ऑफ यूनिटी ऑफ कमांड। ਇਹਦੇ ਵਿੱਚ ਇਹ ਆ ਲਾਈਨ ਆਰਗੇਨਾਈਜੇਸ਼ਨ ਦੇ ਵਿੱਚ ਕਿ ਹਰ ਇੱਕ ਸਬੋਰਡੀਨੇਟ ਰਿਸਪੋਂਸੀਬਲ ਆ ਅਤੇ ਅਕਾਊਂਟੇਬਲ ਆ ਟੂ ਵਨ ਬੌਸ, ਮਤਲਬ ਉਹਨਾਂ ਨੂੰ ਕਮਾਂਡ ਕਰਨ ਵਾਲਾ ਇੱਕ ਹੀ ਪਰਸਨ ਹੁੰਦਾ, ਜਿਸ ਕਰਕੇ ਜਿਹੜਾ ਯੂਨਿਟੀ ਆਫ ਕਮਾਂਡ ਦਾ ਪ੍ਰਿੰਸੀਪਲ ਆ ਉਹ ਇਹਦੇ ਵਿੱਚ ਲਾਗੂ ਹੁੰਦਾ। ਨੈਕਸਟ ਦੇਖੋ, ਯੂਨਿਟੀ ਆਫ ਡਾਇਰੈਕਸ਼ਨ। ਯੂਨਿਟੀ ਆਫ ਡਾਇਰੈਕਸ਼ਨ ਦੇ ਵਿੱਚ ਕੀ ਆ? ਅ ਸਿੰਗਲ ਮੈਨੇਜਰ ਡਾਇਰੈਕਟਸ the efforts of all subordinates as he is the overall in charge, thus facilitate unity of direction in the organization। ਇਹਦੇ ਵਿੱਚ ਇੱਕ ਸਿੰਗਲ ਮੈਨੇਜਰ ਹੀ ਆ ਜਿਹੜਾ ਕਿ ਬਾਕੀ ਸਾਰੇ ਸਬੋਰਡੀਨੇਟਸ ਨੂੰ ਡਾਇਰੈਕਟ ਕਰਦਾ ਅਤੇ ਓਵਰਆਲ ਇੰਚਾਰਜ ਵੀ ਹੁੰਦਾ, ਜਿਸ ਕਰਕੇ ਜਿਹੜੀ ਯੂਨਿਟੀ ਆਫ ਡਾਇਰੈਕਸ਼ਨ ਮਤਲਬ ਇੱਕੋ ਹੀ ਦਿਸ਼ਾ ਦੇ ਵਿੱਚ ਕੰਮ ਕਰਦੇ ਸਾਰੇ ਇੰਪਲੋਈਜ਼। ਨੈਕਸਟ ਹੈ ਇਫੈਕਟਿਵ ਕਮਿਊਨੀਕੇਸ਼ਨ। Adoption of unity of command and scalar chain makes the flow of communication uninterrupted and smooth। ਜਦੋਂ ਅਸੀਂ ਯੂਨਿਟੀ ਆਫ ਕਮਾਂਡ ਐਂਡ ਸਕੇਲਰ ਚੇਨ ਨੂੰ ਫੋਲੋ ਕਰਦੇ ਹਾਂ ਤਾਂ ਜਿਹੜੀ ਕਮਿਊਨੀਕੇਸ਼ਨ ਆ ਉਹ ਅਨਇੰਟਰਪਟਡ ਹੁੰਦੀ ਆ, ਮਤਲਬ ਬਿਨਾਂ ਕਿਸੇ ਰੁਕਾਵਟ ਦੇ ਹੁੰਦੀ ਆ। ਇਨ ਬੋਥ ਡਾਇਰੈਕਸ਼ਨਸ, ਦੋਨੇ ਦਿਸ਼ਾਵਾਂ ਦੇ ਵਿੱਚ। ਕਿਹੜੀਆਂ? ਅਪਵਰਡ ਐਜ਼ ਵੈਲ ਐਜ਼ ਡਾਊਨਵਰਡ। ਮਤਲਬ ਜਿਹੜੇ ਵਰਕਰ ਆ ਉਹ ਵੀ ਅਪਵਰਡ ਦੇ ਵਿੱਚ ਦੱਸ ਸਕਦੇ ਆ ਆਪਣੀ ਟੌਪ ਪੋਜੀਸ਼ਨ ਵਾਲਿਆਂ ਨੂੰ ਪ੍ਰੋਬਲਮਸ ਬਾਰੇ। ਜਿਹੜੀ ਟੌਪ ਪੋਜੀਸ਼ਨ ਆ ਉਹ ਜਿਹੜੇ ਵੀ ਉਹਨਾਂ ਨੇ ਆਰਡਰ ਜਾਂ ਇੰਸਟਰਕਸ਼ਨਸ ਦੇਣੀਆਂ ਨੇ ਉਹ ਡਾਊਨਵਰਡਸ ਨੂੰ ਦੇ ਸਕਦੇ ਆ। ਨੈਕਸਟ ਹੈ ਪ੍ਰੋਮਪਟ ਡਿਸੀਜ਼ਨ ਮੇਕਿੰਗ। all the activities are headed by one person। ਸਾਰਾ ਕੰਮ ਕੌਣ ਕਰਦਾ? ਬਸ ਇੱਕ ਪਰਸਨ ਦੁਆਰਾ ਕੀਤਾ ਜਾਂਦਾ। there is a unified control, thus decision making process becomes more quicker। ਹੁਣ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਸਾਰਾ ਕੰਮ ਜਾਂ ਕਦੀ ਸਾਰੇ ਕੰਮ ਦੀ ਜ਼ਿੰਮੇਵਾਰੀ ਜਾਂ ਉਹਨਾਂ ਨੂੰ ਹੈਡ ਕਰਨ ਵਾਲਾ ਇੱਕੋ ਹੀ ਪਰਸਨ ਹੁੰਦਾ, ਤਾਂ ਕਰਕੇ ਕੀ ਆ ਜਿਹੜਾ ਯੂਨੀਫਾਈਡ ਕੰਟਰੋਲ ਰਹਿੰਦਾ ਉਹ ਪਰਸਨ ਦਾ, ਤਾਂ ਉਹ ਆਸਾਨੀ ਨਾਲ ਫੈਸਲੇ ਲੈ ਸਕਦਾ ਬਹੁਤ ਜਲਦੀ ਨਾਲ, ਕਿਉਂਕਿ ਸਾਰੇ ਕੰਮਾਂ ਨੂੰ ਕੰਟਰੋਲ ਕਰ ਰਿਹਾ, ਉਹਨੇ ਕਿਸੇ ਨੂੰ ਪੁੱਛਣਾ ਨਹੀਂ ਹੈ ਉਹਦੇ ਬਾਰੇ, ਠੀਕ ਆ। ਨੈਕਸਟ ਹੈਗਾ ਈਜ਼ੀ ਸੁਪਰਵਿਜ਼ਨ ਐਂਡ ਕੰਟਰੋਲ। ਸੈਂਸ ਸੁਪੀਰੀਅਰ ਹੈਵ ਅ ਡਾਇਰੈਕਟ ਕੰਟਰੋਲ ਓਵਰ ਦਾ ਸਬੋਰਡੀਨੇਟਸ, ਸੁਪਰਵਿਜ਼ਨ ਬਿਕਮ ਕੁਆਇਟ ਈਜ਼ੀ। ਜਿਹੜੇ ਸੁਪੀਰੀਅਰ ਨੇ, ਹਾਇਰ ਪੋਜੀਸ਼ਨ ਵਾਲੇ ਲੋਕ ਆ, ਉਹਨਾਂ ਦਾ ਸਿੱਧਾ ਕੰਟਰੋਲ ਆ ਕਿਹਨਾਂ ਦੇ ਉੱਪਰ? ਆਪਦੇ ਸਬੋਰਡੀਨੇਟਸ ਦੇ ਉੱਪਰ, ਤਾਂ ਕਰਕੇ ਸੁਪਰਵਿਜ਼ਨ ਜਿਹੜੀ ਹੈ ਕਾਫੀ ਈਜ਼ੀ ਹੋ ਜਾਂਦੀ ਆ। ਨੈਕਸਟ ਹੈ ਇਕਨੋਮੀਕਲ। ਇਕਨੋਮੀਕਲ ਦਾ ਮੀਨਿੰਗ ਹੁੰਦਾ ਸਸਤਾ। No specialists are appointed to render expert advice
ਦਸ ਮੇਕਿੰਗ ਦਾ ਆਪਰੇਸ਼ਨ ਆਫ ਦਿਸ ਆਰਗੇਨਾਈਜੇਸ਼ਨ ਵੈਰੀ ਇਕਨੋਮਿਕਲ। ਹੁਣ ਇਹਦੇ ਵਿੱਚ ਕੁਛ ਅਲੱਗ ਤੋਂ ਜਿਹੜੇ ਸਪੈਸ਼ਲਿਸਟ ਲੋਕ ਆ ਉਹਨਾਂ ਨੂੰ ਕੰਮ 'ਤੇ ਰੱਖਣ ਦੀ ਲੋੜ ਨਹੀਂ ਹੈਗੀ। ਸੋ ਜਿਸ ਕਰਕੇ ਜਿਹੜੀ ਇਹ ਆਰਗੇਨਾਈਜੇਸ਼ਨ ਹੈ ਚਲਾਉਣੀ ਬਹੁਤ ਜਿਵੇਂ ਆਪਾਂ ਕਹਿੰਦੇ ਸਸਤੀ ਪੈਂਦੀ ਆ। ਨੈਕਸਟ ਹੈ ਆਪਣੇ ਕੋਲੇ ਅਥੋਰਿਟੀ ਰਿਸਪੌਂਸਿਬਿਲਟੀ ਰਿਲੇਸ਼ਨਸ਼ਿਪ। Clearly defined authority responsibility relationship makes the operation of the organization more effective as everybody is well aware of his authority and responsibility। ਜੇ ਹੁਣ ਸਾਰੇ ਪਰਸਨਸ ਨੂੰ ਦੇਖੋ ਇਹਦੇ ਵਿੱਚ ਜਿਹੜੀ ਲਾਈਨ ਆਰਗੇਨਾਈਜੇਸ਼ਨ ਹੁੰਦੀ ਆ ਸਾਰਿਆਂ ਨੂੰ ਆਪਦੀ ਅਥਾਰਟੀ ਪਤਾ, ਸਾਰਿਆਂ ਨੂੰ ਆਪਦੀ ਰਿਸਪੌਂਸਿਬਿਲਟੀ ਵੀ ਪਤਾ ਵਾ। ਸੋ ਇਹ ਚੀਜ਼ ਦਾ ਕੀ ਫਾਇਦਾ ਮਿਲਦਾ ਵਾ ਕਿ ਹਰ ਇੱਕ ਪਰਸਨ ਨੂੰ ਪਤਾ ਕਿ ਮੇਰੀ ਅਥਾਰਟੀ ਕੀ ਆ, ਰਿਸਪੌਂਸਿਬਿਲਟੀ ਕੀ ਆ, ਜਿਸ ਕਰਕੇ ਉਹ ਬਹੁਤ ਹੀ ਇਫੈਕਟਿਵ ਤਰੀਕੇ ਦੇ ਨਾਲ ਆਰਗੇਨਾਈਜੇਸ਼ਨ 'ਚ ਕੰਮ ਕਰ ਸਕਦੇ ਆ। ਨੈਕਸਟ ਹੈ ਕੋਆਰਡੀਨੇਸ਼ਨ। ਕੋਆਰਡੀਨੇਸ਼ਨ ਕੀ ਹੁੰਦਾ? ਤਾਲਮੇਲ। ਇਟ ਫੈਸਿਲੀਟੇਟ ਇਫੈਕਟਿਵ ਕੋਆਰਡੀਨੇਸ਼ਨ ਐਜ਼ all the activities relating to one department are headed by one boss only। ਸਾਰੀਆਂ ਐਕਟੀਵਿਟੀਜ਼ ਪ੍ਰੋਪਰ ਤਰੀਕੇ ਨਾਲ ਇਫੈਕਟਿਵ ਤਰੀਕੇ ਨਾਲ ਹੁੰਦੀਆਂ ਨੇ, ਠੀਕ ਆ। ਕਾਹਦੇ ਵਿੱਚ? ਲਾਈਨ ਆਰਗੇਨਾਈਜੇਸ਼ਨ ਦੇ ਵਿੱਚ। ਉਹਦਾ ਰੀਜ਼ਨ ਕੀ ਆ? ਕਿਉਂਕਿ ਸਾਰਾ ਜਿਹੜਾ ਡਿਪਾਰਟਮੈਂਟ ਦਾ ਕੰਮ ਆ ਉਹ ਇੱਕ ਹੀ ਹੈੱਡ ਦੇਖ ਰਿਹਾ, ਜਾਂ ਕਹਿ ਰਹੀ ਉਹਨਾਂ ਦਾ ਇੱਕੋ ਹੀ ਬੌਸ ਹੋਣ ਕਰਕੇ। ਨੈਕਸਟ ਹੈਗਾ ਐਗਜ਼ੈਕਟਿਵ ਡਿਵੈਲਪਮੈਂਟ। all the activities pertaining to one department are under the control of departmental head। pertaining ਦਾ ਮਤਲਬ ਹੁੰਦਾ ਰਿਲੇਟਡ। ਜਿੰਨੇ ਵੀ ਕੰਮ ਨੇ ਇੱਕ ਡਿਪਾਰਟਮੈਂਟ ਦੇ, ਠੀਕ ਆ, ਉਹ ਇੱਕ ਡਿਪਾਰਟਮੈਂਟ ਹੈਡ ਦੇ ਅੰਡਰ ਨੇ, ਜਾਂ ਇੱਕ ਡਿਪਾਰਟਮੈਂਟ ਹੈਡ ਹੀ ਉਹਨੂੰ ਕੰਟਰੋਲ ਕਰਦਾ। ਦਸ ਮੇਕਿੰਗ ਹਿਮ ਫੁਲੀ ਰਿਸਪੌਂਸੀਬਲ, ਜਿਸ ਕਰਕੇ ਉਹ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹੁੰਦਾ ਹੈ ਕੰਮ ਦੇ ਲਈ। ਹੀ ਡਿਸਚਾਰਜਸ all his duties in the most efficient manner। ਉਹ ਆਪਦੀਆਂ ਜ਼ਿੰਮੇਵਾਰੀਆਂ ਜਾਂ ਆਪਾਂ ਕਹਿ ਦਈਏ ਜਿਹੜੀ ਅਥਾਰਟੀ ਹੈ ਜਾਂ ਪਾਵਰ ਆ ਉਹ ਸਾਰਿਆਂ ਨੂੰ ਇਫੈਕਟਿਵ ਤਰੀਕੇ ਨਾਲ ਡਿਸਚਾਰਜ ਕਰਦਾ, ਵੰਡ ਕੇ ਦਿੰਦਾ। ਸੋ ਇਟ ਪ੍ਰੋਵਾਈਡਸ ਇਨਫ ਓਪਰਚੁਨਿਟੀ ਟੂ ਇਨਹੈਂਸ ਹਿਜ਼ ਕੈਪੇਬਿਲਿਟੀਜ਼। ਹੁਣ ਇਹਦੇ ਨਾਲ ਕੀ ਆ? ਉਹ ਬੰਦੇ ਦੀ ਜਿਹੜੀ ਕੈਪੇਬਿਲਿਟੀ ਵੱਧਦੀ ਆ। ਕਿਉਂਕਿ ਉਹਨੇ ਆਪਦੀ ਡਿਊਟੀਜ਼ ਦੂਜਿਆਂ ਨੂੰ ਵੰਡ ਕੇ ਦੇਤੀਆਂ। ਇਹਦਾ ਮਤਲਬ ਕੀ ਆ ਕਿ ਉਹਦੇ ਵਿੱਚ ਉਹਨੇ ਅਥਾਰਟੀ ਦੇਤੀ ਦੂਜਿਆਂ ਨੂੰ ਕੰਮ ਉਹਨਾਂ ਤੋਂ ਕਰਵਾਉਣ ਦੀ। ਇਹਦੇ ਨਾਲ ਕੀ ਆ? ਉਹ ਜ਼ਿੰਮੇਵਾਰੀ ਦੇ ਨਾਲ ਕੰਮ ਪੂਰਾ ਕਰਵਾ ਰਿਹਾ ਵਾ, ਠੀਕ ਆ। ਹੁਣ ਜਦੋਂ ਉਹ ਕਿਸੇ ਆਪਦੇ ਵਰਕਰਸ ਨੂੰ ਅਥਾਰਟੀ ਦੇ ਦੂਗਾ ਤਾਂ ਉਹ ਵਰਕਰ ਕੀ ਕਰਨਗੇ? ਟਾਈਮ 'ਤੇ ਕੰਮ ਪੂਰਾ ਕਰਕੇ ਉਹਨੂੰ ਦੇਣਗੇ, ਉਹਨੂੰ ਆਨਸਰ ਦੇਣਗੇ, ਠੀਕ ਆ। ਤਾਂ ਜਿਸ ਨਾਲ ਕੀ ਹੋਊਗਾ? ਕੰਮ ਪ੍ਰੋਪਰਲੀ ਕੰਪਲੀਟ ਹੋ ਜਾਊਗਾ। ਨੈਕਸਟ ਹੈਗਾ ਫਲੈਕਸੀਬਿਲਿਟੀ। ਐਵਰੀ ਡਿਪਾਰਟਮੈਂਟਲ ਹੈਡ ਇਜ਼ ਹੈਵਿੰਗ ਸੋਲ ਅਥਾਰਟੀ। ਹਰ ਇੱਕ ਡਿਪਾਰਟਮੈਂਟ ਦਾ ਜਿਹੜਾ ਹੈਡ ਹੁੰਦਾ ਉਹਦੇ ਕੋਲੇ ਜਿਹੜੀ ਅਥਾਰਟੀ ਹੁੰਦੀ ਆ। ਸੋ ਹੀ ਕੈਨ ਮੇਕ ਨੈਸੈਸਰੀ ਐਡਜਸਟਮੈਂਟਸ ਅਕੋਰਡਿੰਗ ਟੂ ਦ ਚੇਂਜਸ ਟੇਕਿੰਗ ਪਲੇਸ ਇਨ ਦ ਇਨਵਾਇਰਮੈਂਟ ਵੈਲ ਇਨ ਟਾਈਮ। ਸੋ ਸਮੇਂ ਦੇ ਉੱਪਰ ਜੇ ਕੋਈ ਮੰਨ ਲਓ ਕੋਈ ਇਨਵਾਇਰਮੈਂਟ 'ਚ ਚੇਂਜ ਹੁੰਦੀ ਆ ਤਾਂ ਉਹ ਪਰਸਨ ਦੇ ਕੋਲ ਸੋਲ ਰਿਸਪੌਂਸਿਬਿਲਿਟੀ ਹੈਗੀ ਆ ਜਾਂ ਅਥਾਰਟੀ ਹੈਗੀ ਆ, ਜਿਹੜਾ ਡਿਪਾਰਟਮੈਂਟ ਦਾ ਹੈੱਡ ਆ, ਤਾਂ ਉਹ ਨੈਸੈਸਰੀ ਐਡਜਸਟਮੈਂਟਸ ਕਰ ਸਕਦਾ, ਮਤਲਬ ਚੇਂਜਸ ਕਰ ਸਕਦਾ ਜਿਵੇਂ ਜਿਵੇਂ ਕਿ ਇਨਵਾਇਰਮੈਂਟ ਚੇਂਜ ਹੋ ਰਿਹਾ, ਠੀਕ ਆ। ਜੇ ਜ਼ਰੂਰਤ ਪੈਂਦੀ ਆ ਤਾਂ ਚੇਂਜਸ ਕਰ ਸਕਦਾ, ਠੀਕ ਆ।